बाबा रामदेव और IMA ਦੇ ਵਿੱਚ छिड़ी जंग। जी हाँ, ਜਿਹੜਾ ਰਾਮਦੇਵ ਜੀ ਨੇ ਇਹੋ ਜਿਹੀ ਕਿਹੜੀ ਟਿੱਪਣੀ ਕੀਤੀ ਜਿਹੜੀ ਡਾਕਟਰਸ ਸਾਰੇ ਦੇ ਸਾਰੇ ਡਾਕਟਰ ਲੌਬੀ ਇੱਕ ਪਾਸੇ ਹੋ ਗਈ? ਤੇ ਹੁਣ ਤਾਂ ਜ਼ਰਾ ਜ਼ਿਆਦਾ ਹੀ ਇੱਕ ਤਰ੍ਹਾਂ ਤੁਸੀਂ ਕਹਿ ਲਓ ਕਿ ਲਾਈਨਸ ਕ੍ਰਾਸ ਹੋ ਗਈਆਂ, ਜਿੱਥੇ ਉਹਨਾਂ ਨੇ ਇੱਕ ਤਰ੍ਹਾਂ ਮੋਰਚਾ ਖੋਲ੍ਹਤਾ ਹੈ ਪੂਰਾ ਕਿ ਵੀ ਉਹ ਟੋਟਲੀ ਇਸ ਮੈਡੀਕਲ ਸਾਇੰਸ ਦੇ ਖਿਲਾਫ ਹੈ। ਉਹਨਾਂ ਨੇ ਕਰੋਨਾ ਦੇ ਬਾਰੇ ਵੀ ਕਿਹਾ ਕਿ ਵੀ ਵੈਕਸੀਨ ਵੀ ਗਲਤ ਹੈ, ਹਰ ਚੀਜ਼ ਗਲਤ ਹੈ, ਵੈਕਸੀਨ ਦਾ ਕੀ ਫਾਇਦਾ ਜੇ ਵੈਕਸੀਨ ਤੋਂ ਬਾਅਦ ਵੀ ਡੈਥ ਹੀ ਹੋ ਜਾਂਦੀ ਹੈ। ਜੋ ਵੈਕਸੀਨ ਦੇ ਖਿਲਾਫ ਬੋਲਦਾ ਤਾਂ ਉਹ ਗਲਤ ਗੱਲ ਹੈ ਜੀ, ਠੀਕ ਹੈ ਨਾ। ਉਹਦੇ ਵਿੱਚ ਸਾਡੀ ਮੈਡੀਕਲ ਪ੍ਰੋਫੈਸ਼ਨ ਦੀ ਤਾਂ ਮਤਲਬ ਡਿਸਰਿਸਪੈਕਟ ਹੈ ਹੀ ਹੈ, ਤੇ ਆਪਣੀ ਅਥਾਰਟੀਜ਼ ਦੀ, ਆਪਣੀ ਗਵਰਨਮੈਂਟ ਆਫ ਇੰਡੀਆ ਦੀ ਵੀ ਤਾਂ ਡਿਸਰਿਸਪੈਕਟ ਹੈ। ਮਿਸਟਰ ਰਾਮਦੇਵ ਜੀ ਜਿਹੜੇ ਹੈਗੇ ਆ, ਜਿਹੜੇ ਅੱਜਕੱਲ੍ਹ ਬਿਜ਼ਨਸ ਨਾਲ ਇਨਫਲੂਐਂਸਡ ਹੋ ਚੁੱਕੇ ਆ ਯੋਗ ਗੁਰੂ ਤੋਂ ਹਟ ਕੇ, ਉਹ ਤੁਸੀਂ ਕਹਿ ਰਹੇ ਹੋ ਕਿ ਉਹ ਇੱਦਾਂ ਦੀਆਂ ਗੱਲਾਂ ਕਰ ਰਹੇ ਤੇ ਸਰਕਾਰ ਵੀ ਚੁੱਪ ਬੈਠੀ ਹੈ, ਤੇ ਕਿਤੇ ਨਾ ਕਿਤੇ ਇਸ 'ਚ ਸਰਕਾਰ ਦੀ ਵੀ ਸਹਿਮਤੀ ਹੈ। ਸਰਕਾਰ ਦੀ ਗਲਤੀ ਹੈ, ਉਹਨਾਂ ਨੂੰ ਇਹ ਚੀਜ਼ ਨਜ਼ਰਅੰਦਾਜ਼ ਨਹੀਂ ਕਰਨੀ ਚਾਹੀਦੀ ਕਿ ਇਹੋ ਜਿਹੀ ਟਿੱਪਣੀਆਂ ਨੂੰ ਲੈ ਕੇ ਡਾਕਟਰਸ ਦਾ ਮੈਂਟਲ ਲੈਵਲ ਕਿੱਦਾਂ ਹੈ। ਜਿੱਦਾਂ ਤੁਸੀਂ ਦੱਸਿਆ ਕਿ ਇੱਕ ਪਾਸੇ ਤੁਸੀਂ ਲੋਕੀ ਤਪੱਸਿਆ ਕਰ ਰਹੇ ਹੋ ਇੱਕ ਤਰ੍ਹਾਂ ਦੀ, ਆਪਣੀ ਲਾਈਫ ਨੂੰ ਡੇਂਜਰ 'ਚ ਪਾ ਕੇ। ਨਹੀਂ ਜੀ, ਸਾਰੇ ਡਾਕਟਰਸ ਬਹੁਤ ਜ਼ਿਆਦਾ ਇਸ ਚੀਜ਼ ਨੂੰ ਲੈ ਕੇ ਡਿਪਰੈਸਡ ਨੇ ਤੇ ਸਟ੍ਰੈਸਡ ਵੀ ਨੇ ਕਿ ਭਈ ਗੌਰਮੈਂਟ ਸਾਨੂੰ ਫਰੰਟ ਲਾਈਨ ਵਾਰੀਅਰਸ ਕਹਿ ਰਹੀ ਹੈ, ਫਿਰ ਦੂਸਰਾ ਬੰਦਾ ਸਾਡੇ ਉੱਪਰ ਐਂਟੀ ਟਿੱਪਣੀ ਕਰੀ ਜਾਵੇ, ਉਹ ਤਾਂ ਫਿਰ ਚੰਗੀ ਗੱਲ ਨਹੀਂ। ਉੱਤਰਾਖੰਡ ਦੀ IMA ਹੈ, ਉਹਨਾਂ ਨੇ 1 ਲੱਖ ਕਰੋੜ ਦਾ ਜਾਂ ਕਿੰਨੀ ਅਮਾਊਂਟ ਦਾ ਇੱਕ ਉਹਨਾਂ 'ਤੇ ਕੀ ਮਾਨਹਾਨੀ ਦਾ ਦਾਅਵਾ ਕਰ ਦਿੱਤਾ ਹੈ, ਅਤੇ ਬਾਕੀ IMAs ਵੀ ਉਹ ਤੋਂ ਪ੍ਰੇਰਿਤ ਹੋ ਕੇ ਸਾਰਾ ਕੁਝ ਕਰ ਰਹੇ। ਕੀ ਲੁਧਿਆਣਾ IMA ਵੀ ਇੱਦਾਂ ਦਾ ਕੁਝ ਸੋਚ ਰਹੀ ਹੈ ਜਾਂ ਪੰਜਾਬ IMA? ਅਸੀਂ IMA ਵੱਲੋਂ ਵੀ ਇਸ ਚੀਜ਼ 'ਤੇ ਕੋਈ ਨਾ ਕੋਈ ਐਕਸ਼ਨ ਤਾਂ ਜ਼ਰੂਰ ਲਿਆ ਜਾਏਗਾ, ਕਿਉਂਕਿ ਇਹ ਚੀਜ਼ਾਂ ਸਾਨੂੰ ਠੀਕ ਨਹੀਂ ਲੱਗ ਰਹੀਆਂ ਕਿ ਮਤਲਬ ਇੰਨੇ ਕਿਸਮ ਦੇ ਜਿਸ ਕਿਸਮ ਦੇ ਕਟਾਕਸ਼ ਕੀਤੇ ਜਾ ਰਹੇ। ਹੂ ਗਿਵਸ ਦ ਪਰਸਨ ਐਨ ਅਥਾਰਟੀ ਕਿ ਵੀ ਤੁਹਾਨੂੰ ਪਤਾ ਹੈ ਕਿ ਇਹ ਕਿਹੜੀ ਚੀਜ਼ ਦੀ ਦਵਾਈ ਹੈ, ਜਾਂ ਤਾਂ ਬਹੁਤ ਐਜੂਕੇਟਿਡ ਬੰਦਾ ਉਸ ਚੀਜ਼ ਦੇ ਬਾਰੇ ਗੱਲ ਕਰੇ, ਹੈ ਨਾ, ਉਹ ਤਾਂ ਗੱਲ ਠੀਕ ਲੱਗਦੀ ਹੈ। ਯੋਗਾ ਸਿਖਾ ਰਿਹਾ, ਯੋਗਾ ਗੁਰੂ ਹੈ, ਉਹਨਾਂ ਨੂੰ ਯੋਗਾ ਗੁਰੂ ਵਰਗੀ ਹੀ ਗੱਲ ਕਰਨੀ ਚਾਹੀਦੀ ਹੈ। जन हितैषी देख रहे दर्शकों का स्वागत है जन जन की बात जन हितैषी के साथ। दोस्तों, मैं संदीप शर्मा एक बार फिर तुहाडे नाल रूबरू हो रहा तो अज का जिहड़ा साडा टॉपिक है वो है बाबा रामदेव और IMA दे विच छिड़ी जंग। जी हाँ, बाबा रामदेव ने की इहो जिहे अल्फाज यूज़ कर दिते, की इहो जी टिप्पणी की कि सारी दी सारी IMA देश भर की इंडियन मैडिकल एसोसीएशन वो हर बॉडी उन्हां दी जिहड़ी है रामदेव जी दे अगेंस्ट खड़े हो गई है। तो ये सारा मामला क्योंकि मैडिकल नाल जुड़िया है, असी मैडिकल के स्टूडेंट्स नहीं है या पढ़े लिखे नहीं है, सो असी ਇਹਦੇ ਲਈ ਐਕਸਪਰਟ ਦੀ ਰਾਏ ਜਾਣਦੇ ਹਾਂ ਤੇ ਤੁਹਾਨੂੰ ਮਿਲਾਨੇ ਆ ਡਾਕਟਰ ਸਰੋਜ ਅਗਰਵਾਲ ਜੀ ਨਾਲ, ਜਿਹੜੇ ਕਿ ਲੁਧਿਆਣਾ IMA ਦੇ ਪ੍ਰੈਜ਼ੀਡੈਂਟ ਹੈਗੇ ਹੈ। ਸੋ ਨਮਸਕਾਰ ਮੈਮ। ਨਮਸਕਾਰ ਜੀ ਮੈਮ, ਇਹ ਕੀ ਮੁੱਦਾ ਹੈਗਾ, ਕਿੱਥੋਂ ਸ਼ੁਰੂ ਹੋਇਆ ਜਿਹੜਾ ਰਾਮਦੇਵ ਜੀ ਨੇ ਇਹੋ ਜਿਹੀ ਕਿਹੜੀ ਟਿੱਪਣੀ ਕੀਤੀ ਜਿਹੜੀ ਡਾਕਟਰਸ ਸਾਰੇ ਦੇ ਸਾਰੇ ਡਾਕਟਰ ਲੌਬੀ ਇੱਕ ਪਾਸੇ ਹੋ ਗਈ? ਦੇਖੋ, ਪਹਿਲੀ ਗੱਲ ਤਾਂ ਜੀ ਮੇਰੇ ਖਿਆਲ ਸਾਰੇ ਬੰਦੇ ਸੋਸ਼ਲ ਮੀਡੀਆ 'ਤੇ ਦੇਖ ਹੀ ਰਹੇ ਨੇ, ਇਹ ਕੋਈ ਇੱਕ ਟਿੱਪਣੀ ਨਹੀਂ ਹੈ। ਉਹਨਾਂ ਨਾਲ ਜਿੰਨੀਆਂ ਵੀ ਵੀਡੀਓਜ਼ ਵਗੈਰਾ ਵਾਰੀ ਸ਼ੇਅਰ ਹੁੰਦੀਆਂ, ਜਗ੍ਹਾ ਜਗ੍ਹਾ 'ਤੇ ਉਹਨਾਂ ਨੇ ਮਤਲਬ ਹਮੇਸ਼ਾ ਹੀ ਡਾਕਟਰਸ ਦੇ ਐਂਟੀ ਬੋਲਿਆ, ਤੇ ਹੁਣ ਤਾਂ ਜ਼ਰਾ ਜ਼ਿਆਦਾ ਹੀ ਇੱਕ ਤਰ੍ਹਾਂ ਤੁਸੀਂ ਕਹਿ ਲਓ ਕਿ ਲਾਈਨਸ ਕ੍ਰਾਸ ਹੋ ਗਈਆਂ, ਜਿੱਥੇ ਉਹਨਾਂ ਨੇ ਇੱਕ ਤਰ੍ਹਾਂ ਮੋਰਚਾ ਖੋਲ੍ਹਤਾ ਹੈ ਪੂਰਾ ਕਿ ਵੀ ਉਹ ਟੋਟਲੀ ਇਸ ਮੈਡੀਕਲ ਸਾਇੰਸ ਦੇ ਖਿਲਾਫ ਹੈ। ਉਹ ਟੋਟਲ, ਅਸੀਂ ਮੈਂ ਇਹ ਨਹੀਂ ਕਹਿ ਰਹੀ ਕਿ ਵੀ ਕੋਈ ਇੰਡੀਵਿਜੂਅਲੀ ਕਿਸੇ ਇੱਕ ਬੰਦੇ ਦੇ ਖਿਲਾਫ ਹੈ, ਉਹ ਟੋਟਲ ਮੈਡੀਕਲ ਸਾਇੰਸ ਦੀ ਐਂਟੀ ਹੈ, ਅਤੇ ਉਹ ਕੰਟਰੀ ਦੇ ਵਿੱਚ ਉਹ ਬਹੁਤ ਗਲਤ ਗੱਲ ਹੈ। ਉਹਨਾਂ ਨੇ ਕਰੋਨਾ ਦੇ ਬਾਰੇ ਵੀ ਕਿਹਾ ਕਿ ਵੀ ਵੈਕਸੀਨ ਵੀ ਗਲਤ ਹੈ, ਹਰ ਚੀਜ਼ ਗਲਤ ਹੈ, ਵੈਕਸੀਨ ਦਾ ਕੀ ਫਾਇਦਾ ਜੇ ਵੈਕਸੀਨ ਤੋਂ ਬਾਅਦ ਵੀ ਡੈਥ ਹੀ ਹੋ ਜਾਂਦੀ ਹੈ। ਇੱਕ ਪਾਸੇ ਆਪਾਂ ਸਾਰਾ ਕੰਟਰੀ, ਆਪਣੀਆਂ ਸਾਰੀ ਐਡਮਿਨਿਸਟ੍ਰੇਸ਼ਨ, ਸਾਰੀਆਂ ਅਥਾਰਟੀਜ਼, ਸਾਰੇ ਡਾਕਟਰਸ ਅਸੀਂ ਜੁਟੇ ਹੋਏ ਹਾਂ ਲੋਕਾਂ ਨੂੰ ਵੀ, ਕਿਉਂਕਿ ਬਚਣ ਦਾ ਹੋਰ ਕੋਈ ਉਪਾਅ ਹੀ ਨਹੀਂ ਹੈ ਕਿ ਵੈਕਸੀਨ ਲੱਗ ਜਾਏਗੀ ਤਾਂ ਆਪਾਂ ਕਾਫੀ ਹੱਦ ਤੱਕ ਜਿੰਨੀਆਂ ਵੀ ਦੁਨੀਆ 'ਚ ਵੈਕਸੀਨਸ ਹੁੰਦੀਆਂ ਉਹਨਾਂ ਦੀ ਇੱਕ ਪਰਸੈਂਟੇਜ ਆਫ ਐਫੀਕੇਸੀ ਹੈ, ਅੱਛੀ ਐਫੀਕੇਸੀ ਹੈ। ਦੇਖੋ, ਆਪਾਂ ਸਮਾਲ ਪੌਕਸ 'ਤੇ ਇਰੈਡੀਕੇਸ਼ਨ ਕੀਤੀ, ਜੇ ਵੈਕਸੀਨ ਲਵਾਈ ਤਾਂ ਇਰੈਡੀਕੇਸ਼ਨ ਹੋਈ ਨਾ, ਉਸੇ ਕਿਸਮ ਨਾਲ ਹੁਣ ਅਗਰ ਵੈਕਸੀਨ ਅਵੇਲੇਬਲ ਹੈ, ਆਪਾਂ ਨੂੰ ਉਹਦਾ ਮੈਕਸਿਮਮ ਫਾਇਦਾ ਉਠਾਉਣਾ ਚਾਹੀਦਾ। ਇੱਕ ਪਾਸੇ ਅਸੀਂ ਜ਼ੋਰ ਲਗਾ ਰਹੇ ਹਾਂ ਕਿ ਪਬਲਿਕ ਮੈਕਸਿਮਮ ਵੈਕਸੀਨ ਲਵਾਵੇ। ਅਸੀਂ ਲੋਕਾਂ ਨੂੰ ਜਿੰਨੇ ਸਾਰੇ ਆਪਣੇ ਇੰਪੋਰਟੈਂਟ ਬੰਦੇ ਸੀ, ਉਹਨਾਂ ਨੇ ਆਪਣੀਆਂ ਵੀਡੀਓਜ਼ ਪਾਈਆਂ, ਆਪਣੀਆਂ ਫੋਟੋਜ਼ ਸ਼ੇਅਰ ਕੀਤੀਆਂ ਵੈਕਸੀਨ ਲਵਾਉਂਦਿਆਂ ਦੀਆਂ। ਨਹੀਂ ਤਾਂ ਉਹ ਪਰਸਨਲ ਇਸ਼ੂ ਹੈ ਕਿ ਸ਼ੇਅਰ ਕਰਨ ਦੀ ਲੋੜ ਹੈ, ਉਹ ਸ਼ੇਅਰ ਇਸ ਲਈ ਕੀਤੀਆਂ ਕਿ ਬਾਕੀ ਬੰਦੇ ਮੋਟੀਵੇਟ ਹੋਣ, ਉਹ ਡਰਨ ਨਾ, ਕਿਉਂਕਿ ਵੈਕਸੀਨ ਜਿਹੜੀ ਹੈ ਉਹ ਮਤਲਬ ਬਹੁਤ ਸਪੀਡਲੀ ਟਰਾਇਲ ਦੇ ਨਾਲ ਲਿਆਂਦੀ ਗਈ। ਤਾਂ ਹੁਣ ਤੁਸੀਂ ਸਡਨਲੀ ਵੈਕਸੀਨ ਦੇ ਖਿਲਾਫ ਇੱਕ ਬੰਦਾ ਜਿਹਨੂੰ ਇਹ ਪਤਾ ਹੈ ਕਿ ਮੈਂ ਮਾਸਿਸ ਨੂੰ ਇਨਫਲੂਐਂਸ ਕਰ ਸਕਦਾ, ਜੋ ਵੈਕਸੀਨ ਦੇ ਖਿਲਾਫ ਬੋਲਦਾ, ਤਾਂ ਉਹ ਗਲਤ ਗੱਲ ਹੈ ਜੀ, ਠੀਕ ਹੈ ਨਾ। ਉਹਦੇ ਵਿੱਚ ਸਾਡੀ ਮੈਡੀਕਲ ਪ੍ਰੋਫੈਸ਼ਨ ਦੀ ਤਾਂ ਮਤਲਬ ਡਿਸਰਿਸਪੈਕਟ ਹੈ ਹੀ ਹੈ, ਤੇ ਆਪਣੀ ਅਥਾਰਟੀਜ਼ ਦੀ, ਆਪਣੀ ਗਵਰਨਮੈਂਟ ਆਫ ਇੰਡੀਆ ਦੀ ਵੀ ਤਾਂ ਡਿਸਰਿਸਪੈਕਟ ਹੈ ਜੀ। तो वो मतलब अथॉरिटीज़ ਨੂੰ गवर्नमेंट ऑफ इंडिया देखे कि एक पासे तुसी वैक्सीन लवाने की गल कर रहे हो, एक पासे तुसी ਉਹਦੇ एंटी बयानबाजी हो रही है, तो गलत है ना फिर। ठीक है, तुसी कहना चाह रहे हो कि
ਇਹ ਬੇਸਿਕਲੀ ਗਵਰਨਮੈਂਟ ਆਫ ਇੰਡੀਆ ਨੂੰ ਵੀ ਦੇਖਣਾ ਚਾਹੀਦਾ, ਕਿਉਂਕਿ ਤੁਸੀਂ ਸਾਰੇ ਤਾਂ ਗਵਰਨਮੈਂਟ ਆਫ ਇੰਡੀਆ ਦੀ ਡਾਇਰੈਕਸ਼ਨ 'ਤੇ ਹੀ ਕੰਮ ਕਰ ਰਹੇ ਹੋ। ਔਰ ਇਹੋ ਜਿਹੇ ਟਾਈਮ ਤੇ ਗਵਰਨਮੈਂਟ ਆਫ ਇੰਡੀਆ ਜਿੱਥੇ ਇੱਕ ਛੋਟਾ ਜਿਹਾ ਕੋਈ ਆਮ ਇਨਸਾਨ ਬੋਲ ਲਵੇ ਤੇ ਉਹਦੇ ਤੇ ਐਡਾ ਕੜਾ ਐਕਸ਼ਨ ਹੋ ਜਾਂਦਾ, ਉਹਦੇ ਤੇ ਡਿਜ਼ਾਸਟਰ ਮੈਨੇਜਮੈਂਟ ਦਾ ਵੀ ਕੇਸ ਦਰਜ ਹੋ ਜਾਂਦੇ ਆ। ਤੇ ਇੰਨੇ ਬੜੇ ਮਿਸਟਰ ਰਾਮਦੇਵ ਜੀ ਜਿਹੜੇ ਹੈਗੇ ਆ, ਜਿਹੜੇ ਅੱਜ ਕੱਲ੍ਹ ਬਿਜ਼ਨਸ ਨਾਲ ਇਨਫਲੂਐਂਸਡ ਹੋ ਚੁੱਕੇ ਆ ਯੋਗ ਗੁਰੂ ਤੋਂ ਹਟ ਕੇ, ਉਹ ਤੁਸੀਂ ਕਹਿ ਰਹੇ ਹੋ ਕਿ ਉਹ ਇੱਦਾਂ ਦੀਆਂ ਗੱਲਾਂ ਕਰ ਰਹੇ ਤੇ ਸਰਕਾਰ ਵੀ ਚੁੱਪ ਬੈਠੀ ਹੈ, ਤੇ ਕਿਤੇ ਨਾ ਕਿਤੇ ਇਸ 'ਚ ਸਰਕਾਰ ਦੀ ਵੀ ਸਹਿਮਤੀ ਹੈ। हाँ, सरकार की सहमति है या सरकार की गलती है, उन्होंने ये चीज़ नज़रअंदाज नहीं करनी चाहिए। मतलब इस ते कड़ा एक्शन है। हाँ जी, और जिस तरीके नाल डॉक्टर्स हुण साडे जुटे हुए है पूरा देखो पीपी किट्टां पा के वो इन्नी क प्लास्टिक दे अंदर तुसीं टोटल बंद हो जाने हो, पा के असीं सर्जरीज आप करते हैं। ठीक है, तो ਜਿਹੜੇ ਬੱਚੇ ਸਾਰਾ ਦਿਨ ਜੂਨੀਅਰ ਡਾਕਟਰਸ ਵਿਚਾਰੇ ਉਹੀ ਪੀਪੀ ਕਿੱਟ ਘੰਟਿਆਂ ਦੇ ਘੰਟੇ ਪਾ ਕੇ ਵਾਰਡ ਦੇ ਵਿੱਚ ਘੁੰਮੀ ਜਾਣਾ। ਇੱਕ ਵਾਰੀ ਤੁਸੀਂ ਪੀਪੀ ਕਿੱਟ ਡੌਨ ਕਰ ਲਿਓ, ਉਹਨੂੰ ਬੜੇ ਤਰੀਕੇ ਨਾਲ ਉਤਾਰਨਾ, ਫਿਰ ਤੁਸੀਂ ਉਸ ਦੇ ਵਿੱਚ ਤੁਸੀਂ ਆਪੇ ਦੇਖੋ, ਤੁਸੀਂ ਕਾਲ ਆਫ ਨੇਚਰ ਅਟੈਂਡ ਨਹੀਂ ਕਰ ਸਕਦੇ, ਯੂਰਿਨ ਵਗੈਰਾ ਨਹੀਂ ਜਾ ਸਕਦੇ, ਤੁਸੀਂ ਉਸ 'ਚ ਖਾ ਨਹੀਂ ਸਕਦੇ ਉਨੀ ਦੇਰ, ਕੋਈ ਚਾਹ ਦਾ ਕੱਪ ਨਹੀਂ ਪੀ ਸਕਦੇ। ਤੇ ਤੁਸੀਂ ਇੱਕ ਡੈਡੀਕੇਸ਼ਨ ਹੈ ਤਾਂ ਅੰਦਰੋਂ ਜੁੜੇ ਹੋਏ ਹੋ। ਔਰ ਸਾਡੇ ਵਰਗੇ ਇੰਨੀ ਉਮਰ ਦੇ ਵਿੱਚ ਵੀ ਅਸੀਂ ਕੰਮ ਕਰੀ ਜਾ ਰਹੇ ਹਾਂ, ਮਤਲਬ ਇਹ ਨਹੀਂ ਕਹਿ ਰਹੇ ਕਿ ਹਾਂ ਵੀ ਇਹ ਕਰੋਨਾ ਪੇਸ਼ੈਂਟ ਅਸੀਂ ਕੰਮ ਨਹੀਂ ਕਰਨਾ। ਔਰ ਸਾਰੇ ਹੀ ਡਾਕਟਰਸ ਇਨਫੈਕਟ ਜਿਹੜੇ ਵਿਚਾਰੇ ਕੋਵਿਡ ਵਾਰਡ ਦੇ ਵਿੱਚ ਕੰਮ ਕਰਦੇ ਆ ਉਹ ਤਾਂ ਬਹੁਤ ਜ਼ਿਆਦਾ ਐਕਸਪੋਜ਼ਡ ਹੈ। ਤੇ ਜਿਹੜੇ ਦੂਸਰੇ ਡਾਕਟਰਸ ਵੀ ਹੈ, ਜਦੋਂ ਉਹਨਾਂ ਕੋਲ ਮਰੀਜ਼ ਆਉਂਦੇ ਉਹਨਾਂ ਦੇ ਵਿੱਚੋਂ ਹੀ ਕੋਵਿਡ ਨਿਕਲ ਆਉਂਦੇ, ਤੇ ਐਕਸਪੋਜ਼ਰ ਤਾਂ ਸਾਰੇ ਦੇ ਸਾਰੇ ਡਾਕਟਰਸ ਨੂੰ ਹੋ ਰਿਹਾ। ਮੈਡਮ ਇੱਕ ਚੀਜ਼ ਪੁੱਛਣਾ ਚਾਹਾਂਗੇ, ਜਿਹੜਾ ਰਾਮਦੇਵ ਜੀ ਵੱਲੋਂ ਇਹੋ ਜਿਹੇ ਟਿੱਪਣੀਆਂ ਕਰਨੀਆਂ, ਜਿੱਦਾਂ ਤੁਸੀਂ ਕਿਹਾ ਇੱਕ ਵਾਰ ਨਹੀਂ ਦੋ ਵਾਰ ਨਹੀਂ, ਇਹ ਤਾਂ ਬਾਰ-ਬਾਰ ਉਹਨਾਂ ਦਾ ਹੌਸਲਾ ਵੱਧਦਾ ਜਾ ਰਿਹਾ ਕਿ ਇਹੋ ਜਿਹੀ ਟਿੱਪਣੀਆਂ ਨੂੰ ਲੈ ਕੇ ਡਾਕਟਰਸ ਦਾ ਮੈਂਟਲ ਲੈਵਲ ਕਿੱਦਾਂ ਹੈ। ਜਿੱਦਾਂ ਤੁਸੀਂ ਦੱਸਿਆ ਕਿ ਇੱਕ ਪਾਸੇ ਤੁਸੀਂ ਲੋਕੀ ਤਪੱਸਿਆ ਕਰ ਰਹੇ ਹੋ, ਇੱਕ ਤਰ੍ਹਾਂ ਦੀ ਆਪਣੀ ਲਾਈਫ ਨੂੰ ਡੇਂਜਰ 'ਚ ਪਾ ਕੇ ਕੰਮ ਕਰ ਰਹੇ ਹੋ, ਔਰ ਦੂਜੇ ਪਾਸੇ ਇੱਕ ਬੰਦਾ ਇੱਦਾਂ ਦਾ ਜਦੋਂ ਕਟਾਕਸ਼ ਕਰੇ ਤਾਂ ਉਦੋਂ ਕਿਹੋ ਜਿਹੀ ਕੀ ਮਾਨਸਿਕ ਸਥਿਤੀ ਹੋ ਜਾਂਦੀ ਹੈ। ਨਹੀਂ ਜੀ, ਸਾਰੇ ਡਾਕਟਰਸ ਬਹੁਤ ਜ਼ਿਆਦਾ ਇਸ ਚੀਜ਼ ਨੂੰ ਲੈ ਕੇ ਡਿਪਰੈਸਡ ਨੇ ਤੇ ਸਟ੍ਰੈਸਡ ਵੀ ਨੇ ਕਿ ਭਈ ਇੱਕ ਪਾਸੇ ਤਾਂ ਅਸੀਂ ਕੰਮ ਕਰ ਰਹੇ ਹਾਂ, ਗੌਰਮੈਂਟ ਸਾਨੂੰ ਕਹਿ ਰਹੀ ਹੈ ਜੀ ਤੁਸੀਂ ਫਰੰਟ ਲਾਈਨ ਵਾਰੀਅਰਸ ਹੋ, ਔਰ ਸੱਚਮੁੱਚ ਇੱਕ ਕਿਸਮ ਦੀ ਵਾਰ ਹੀ ਹੈ। ਦੇਖੋ ਕੋਈ ਵੀ ਡਾਕਟਰ ਇਕੱਲੇ ਪੈਸਿਆਂ ਪਿੱਛੇ ਕੰਮ ਨਹੀਂ ਕਰਦਾ। ਜੇ ਤੁਸੀਂ ਪੈਸਿਆਂ ਪਿੱਛੇ ਕੰਮ ਕਰਨਾ, ਤੁਸੀਂ 2 ਮਹੀਨੇ ਨਹੀਂ ਕਰੋਗੇ, ਕੀ ਫਰਕ ਪੈ ਜਾਊਗਾ? ਠੀਕ ਹੈ ਨਾ, ਤੇ ਇਹ ਇਕੱਲੇ ਪੈਸਿਆਂ ਪਿੱਛੇ ਨਹੀਂ ਹੁੰਦਾ। ਤੁਸੀਂ ਆਪਣੀ ਡਿਊਟੀ ਸਮਝ ਕੇ ਡੇਲੀ, ਅਸੀਂ ਇੱਕ ਦਿਨ ਵੀ ਕੋਈ ਛੁੱਟੀ ਨਹੀਂ ਮਾਰੀ, ਅਸੀਂ ਸਾਰੇ ਬੰਦੇ ਜਿੰਨੇ ਡਾਕਟਰਸ ਹੈ, ਸੀਨੀਅਰ ਆਪਣੇ ਲੈਵਲ ਤੇ, ਜੂਨੀਅਰ ਆਪਣੇ ਲੈਵਲ ਤੇ, ਅਸੀਂ ਟੋਟਲ ਦਾ ਟੋਟਲ ਕੰਮ ਸੰਭਾਲ ਰਹੇ ਹਾਂ। ਤੇ ਜਦੋਂ ਅਸੀਂ ਆਪਣੀ ਮਤਲਬ ਆਪਾਂ ਜਿਹੜੀ ਲਾਈਨ ਆਫ ਐਕਸ਼ਨ ਹੈ ਅਸੀਂ ਉਸ ਤੋਂ ਪਿੱਛੇ ਨਹੀਂ ਹਟੇ। ਗੌਰਮੈਂਟ ਸਾਨੂੰ ਫਰੰਟ ਲਾਈਨ ਵਾਰੀਅਰਸ ਕਹਿ ਰਹੀ ਹੈ, ਫਿਰ ਦੂਸਰਾ ਬੰਦਾ ਸਾਡੇ ਉੱਪਰ ਐਂਟੀ ਟਿੱਪਣੀ ਕਰੀ ਜਾਵੇ, ਉਹ ਤਾਂ ਫਿਰ ਚੰਗੀ ਗੱਲ ਨਹੀਂ ਹੈ। ਤੇ ਇਹਦੇ ਤੇ ਗਵਰਨਮੈਂਟ ਨੂੰ ਸਖਤ ਐਕਸ਼ਨ ਲੈਣੇ ਚਾਹੀਦੇ। ਹਾਂਜੀ, ਚਲੋ ਗਵਰਨਮੈਂਟ ਤਾਂ ਸਖਤ ਐਕਸ਼ਨ ਲਏਗੀ, ਕਿਉਂਕਿ ਜਿੱਦਾਂ ਤੁਸੀਂ ਕਿਹਾ IMA ਦੀ ਵੀ ਗੱਲਾਂ ਆ ਰਹੀਆਂ ਕਿ IMA ਨੇ ਜਿਹੜੀ ਉੱਤਰਾਖੰਡ ਦੀ IMA ਹੈ, ਉਹਨਾਂ ਨੇ 1 ਲੱਖ ਕਰੋੜ ਦਾ ਜਾਂ ਕਿੰਨੀ ਅਮਾਊਂਟ ਦਾ ਇੱਕ ਉਹਨਾਂ 'ਤੇ ਕੀ ਮਾਨਹਾਨੀ ਦਾ ਦਾਅਵਾ ਕਰ ਦਿੱਤਾ ਹੈ, ਤੇ ਬਾਕੀ IMAs ਵੀ ਉਹ ਤੋਂ ਪ੍ਰੇਰਿਤ ਹੋ ਕੇ ਸਾਰਾ ਕੁਝ ਕਰ ਰਹੇ। ਕੀ ਲੁਧਿਆਣਾ IMA ਵੀ ਇੱਦਾਂ ਦਾ ਕੁਝ ਸੋਚ ਰਹੀ ਹੈ ਜਾਂ ਪੰਜਾਬ IMA? ਨਹੀਂ, ਉਹ ਜਿਸ ਤਰ੍ਹਾਂ ਵੀ IMA ਨੈਸ਼ਨਲ ਦੇਖੋ ਪਹਿਲਾਂ ਸਟੈਪ ਲਏਗੀ, ਜਿਸ ਤਰੀਕੇ ਨਾਲ ਵੀ IMA ਦੀ ਕਾਲ ਹੋਏਗੀ ਅਸੀਂ ਸਾਰੇ ਉਸੇ ਨਾਲ ਕੰਪਲਾਈ ਕਰਾਂਗੇ ਜੀ। ਨਹੀਂ, ਪਰ ਨੈਸ਼ਨਲ IMA ਨੇ ਤਾਂ ਕਾਫੀ ਕੁਝ ਕਰ ਦਿੱਤਾ। ਹਾਂਜੀ, ਨਹੀਂ ਚਲੋ ਫਿਰ ਵੀ ਅਸੀਂ IMA ਵੱਲੋਂ ਜੋ ਹੋ ਸਕੇਗਾ, ਜੋ ਬੰਦਾ ਲੱਗੇਗਾ। ਕਿੱਦਾਂ ਦੀ ਗਾਈਡਲਾਈਨਸ ਆ IMA ਵੱਲੋਂ? ਨਹੀਂ, ਅਸੀਂ ਹਜੇ ਕੁਝ ਸੋਚ ਰਹੇ ਹਾਂ ਜਿਸ ਤਰੀਕੇ ਨਾਲ ਸਾਨੂੰ ਗਾਈਡਲਾਈਨਸ ਕਿੱਦਾਂ, ਉਹ ਤਾਂ ਠੀਕ ਹੈ, ਡਿਸੀਜਨ ਤਾਂ ਤੁਸੀਂ ਨਹੀਂ ਚਲੋ ਉਹ ਹਜੇ ਅਸੀਂ ਡਿਸਾਈਡ ਕਰਕੇ ਫਿਰ ਤੁਹਾਨੂੰ ਦੱਸਾਂਗੇ। ਅਸੀਂ IMA ਵੱਲੋਂ ਵੀ ਇਸ ਚੀਜ਼ 'ਤੇ ਕੋਈ ਨਾ ਕੋਈ ਐਕਸ਼ਨ ਤਾਂ ਜ਼ਰੂਰ ਲਿਆ ਜਾਏਗਾ, ਕਿਉਂਕਿ ਇਹ ਚੀਜ਼ਾਂ ਸਾਨੂੰ ਠੀਕ ਨਹੀਂ ਲੱਗ ਰਹੀਆਂ ਕਿ ਮਤਲਬ ਇੰਨੇ ਕਿਸਮ ਦੇ ਜਿਸ ਕਿਸਮ ਦੇ ਕਟਾਕਸ਼ ਕੀਤੇ ਜਾ ਰਹੇ। ਔਰ ਕਦੀ ਉਹਨੂੰ ਦਿਵਾਲੀਆ ਸਾਇੰਸ ਕਿਹਾ ਜਾ ਰਿਹਾ ਹੈ, ਕਦੀ ਇਹ ਕਿਹਾ ਜਾ ਰਿਹਾ ਹੈ ਕਿ ਰੈਮਡੈਸਿਵਿਰ दिए जा रहे हैं जो इबोला की दवाई है, इस तरीके के कमेंट्स किए जाते हैं, है ना। मतलब हू गिव्स द पर्सन एन अथॉरिटी कि भी थानू पता है कि किहड़ी चीज़ की दवाई है, या तो बहुत एजुकेटेड बंदा उस चीज़ के बारे गल करे, है ना, वो तो गल ठीक लगती है ना। साडे हिसाब नाल तां मतलब जिहड़े हुण योगा सिखा रहे हैं, योगा गुरु है, उन्होंने योगा गुरु वर्गी ही गल करनी चाहिए। योग तो सगों पीस ऑफ माइंड लैके आंदा है, वो योग नूं तां असीं एक साधना समझते हैं। और इंडिया 'च कोई नवां योगा नहीं शुरू होया, योगा बड़ी पुरानी साइंस है। असीं बचपन 'च एडे सी छोटे छोटे जदों असीं योगा करदे हुंदे सी, ठीक है ना। तो हुण अज भी बहुत सारे योगा गुरु तुहानूं दिखाइए बहुत पहुंचे हुए हैं, और मतलब योग नूं तो एक साधना समझते हैं असीं। इंडिया 'च रह के असीं सोचते हैं कि वो तुहानूं पीस ऑफ माइंड दिंदा, तुहानूं वे ऑफ लाइफ सिखांदा है। आपां योग नूं इस चीज़ लई यूज़ ना करिए कि जे अपने हाँ जी, जे आपां नूं कोई एक चीज़ नहीं पसंद, आपां उस चीज़ दे एंटी बोली जाइए। और जिहड़ी एलोपैथिक मैडिसन है, ये कोई एलोपैथिक ते आयुर्वेदा दा युद्ध नहीं है। आयुर्वेदा अपनियां चीज़ां करदी है। असीं तां चाहते हैं गौरमेंट आयुर्वेदा नूं भी वधावे, चाहे जे इंडिया 'च ते उहदे लई नवें रिसर्च इंस्टीट्यूट खोले, जो मर्जी करे, है ना। दैट विल बी अ गुड स्टैप फॉरवर्ड। असीं कोई आयुर्वेदा दे अगेंस्ट नहीं, पर जिहड़ी एलोपैथिक मैडिसन है, दिस इज़ अ कंप्लीट साइंस,
ਠੀਕ ਹੈ ਜੀ। ਤੇ ਇਹਦੇ ਵਿੱਚ ਹੁਣ ਜਿਵੇਂ ਇੰਨੀਆਂ ਸਾਰੀਆਂ ਸਰਜਰੀਜ਼ ਵੀ ਹੁੰਦੀਆਂ, ਹੋਰ ਹੁੰਦੀਆਂ ਸਰਜਰੀ, ਲਾਈਫ ਸੇਵਿੰਗ ਸਰਜਰੀਜ਼ ਹੁੰਦੀਆਂ, ਜਿਹੜੀਆਂ ਸਰਜਰੀਜ਼ ਨਾਲ ਬੰਦਿਆਂ ਦੀ ਜਾਨ ਬਚ ਸਕਦੀ ਹੈ, ਉਹ ਕਰਨੀਆਂ ਹੀ ਹੈ ਨਾ। ਉਹਨੂੰ ਤੁਸੀਂ ਐਂ ਤਾਂ ਨਹੀਂ ਕਹਿ ਸਕਦੇ ਵੀ ਆਪਾਂ ਇਕੱਲੇ ਯੋਗਾ ਨਾਲ ਹੀ ਠੀਕ ਕਰ ਲਾਂਗੇ ਜਾਂ ਇਕੱਲੇ ਆਯੁਰਵੇਦਾ ਨਾਲ ਠੀਕ ਕਰ ਲਾਂਗੇ। ਹਰ ਚੀਜ਼ ਦਾ ਆਪਣਾ ਆਪਣਾ ਸਮਾਜ ਦੇ ਵਿੱਚ ਇੱਕ ਰੋਲ ਹੁੰਦਾ। ਅੱਛਾ, ਆਯੁਰਵੇਦਾ ਵਾਲੇ ਵੀ ਹੀਲਰਸ ਹੈ, ਅਸੀਂ ਵੀ ਹੀਲਰਸ ਹਾਂ, ਅਸੀਂ ਵੀ ਬਿਮਾਰੀ ਠੀਕ ਕਰਨੀ ਆ, ਉਹਨਾਂ ਨੇ ਵੀ ਬਿਮਾਰੀ ਠੀਕ ਕਰਨੀ ਹੈ। ਠੀਕ ਹੈ ਜੀ, ਥੈਂਕ ਯੂ ਮੈਮ, ਥੈਂਕ ਯੂ। ਤੇ ਦੋਸਤੋ ਇਹ ਸੀਗੇ ਡਾਕਟਰ ਸਰੋਜ ਅਗਰਵਾਲ ਜੀ, ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਸਿੱਧਾ ਇਹਨਾਂ ਨੇ ਜਿਹੜਾ ਰਾਮਦੇਵ ਜੀ ਦੇ ਜਿਹੜੇ ਬਾਰ-ਬਾਰ ਜਿਹੜਾ IMA ਤੇ ਜਾਂ ਇੱਕ ਜਿਹੜਾ ਐਲੋਪੈਥੀ ਤੇ ਇੱਕ ਬਾਰ-ਬਾਰ ਕਟਾਕਸ਼ ਕਰਨ ਤੇ ਉਹਨਾਂ ਨੇ ਜਿਹੜਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਹੋ ਜਿਹੇ ਬੰਦਿਆਂ ਤੇ ਇਹੋ ਜਿਹੇ ਸ਼ਰਾਰਤੀ ਤੱਤਾਂ ਤੇ ਨੁਕੇਲ ਪਾਈ ਜਾਏ। ਔਰ ਉੱਥੇ ਹੀ ਰਾਮਦੇਵ ਜਿਹੜੇ ਹੈਗੇ ਆ ਬੇਸਿਕਲੀ ਯੋਗ ਦਾ ਸਹਾਰਾ ਲੈ ਕੇ ਜਿਹੜੀ ਐਲੋਪੈਥੀ ਸਾਇੰਸ ਹੈਗੀ ਆ ਉਹਨੂੰ ਇੱਕ ਕਹਿ ਲਓ ਬਲੇਮ ਕਰ ਰਹੇ ਆ। ਸੋ ਇਹੋ ਜਿਹੇ ਚੀਜ਼ਾਂ ਤੇ ਨੁਕੇਲ ਪਾਉਣ ਦੀ ਲੋੜ ਹੈ, ਕਿਉਂਕਿ ਇਹ ਚੀਜ਼ਾਂ ਜਿਹੜਾ ਫਰੰਟ ਲਾਈਨ ਵਾਰੀਅਰਸ ਹੈਗੇ ਜਿਹੜੇ 1.25 ਸਾਲ ਤੋਂ ਲੜਾਈ ਲੜ ਰਹੇ ਆ, ਉਹਨਾਂ ਦਾ ਮਾਨਸਿਕ ਲੈਵਲ ਜਿਹੜਾ ਹੈਗਾ ਸੰਤੁਲਨ ਹੈ ਉਹ ਕਾਫੀ ਵਿਗਾੜ ਰਿਹਾ। ਸੋ ਇਹ ਸੀ ਅੱਜ ਦਾ ਅਪਡੇਟ। ਇੱਦਾਂ ਹੀ ਹੋਰ ਵੀ ਅਲੱਗ-ਅਲੱਗ ਮੁੱਦਿਆਂ ਨਾਲ ਤੁਹਾਡੇ ਨਾਲ ਰੂਬਰੂ ਹੁੰਦੇ ਰਹਾਂਗੇ। ਦੇਖਦੇ ਰਹੋ, ਬਨੇ ਰਹੋ ਜਨ ਹਿਤੈਸ਼ੀ। ਧੰਨਵਾਦ।